ओम शांति। अज 11/2/2022 ਦੇ ਸਵੇਰ ਦੀ ਮੁਰਲੀ हैगी। ਅੱਜ ਬਾਬਾ ਨੇ ਆਖਿਆ, ਮਿੱਠੇ ਬੱਚੇ ਮਾਇਆ ਦੀ ਬਿਮਾਰੀ ਤੋਂ ਛੁੱਟਣ ਦੇ ਲਈ ਗਿਆਨ ਅਤੇ ਯੋਗ ਦਾ ਐਪਲ ਰੋਜ਼ ਖਾਂਦੇ ਰਹੋ। ਪ੍ਰਸ਼ਨ ਹੈਗਾ, ਕਰਮਾਤੀਤ ਅਵਸਥਾ ਵਿੱਚ ਜਾਣ ਦਾ ਪੁਰਸ਼ਾਰਥ ਕੀ ਹੈ? ਉੱਤਰ ਹੈਗਾ, ਅਜਿਹਾ ਅਭਿਆਸ ਕਰੋ ਜੋ ਬੁੱਧੀ ਵਿੱਚ ਸਿਵਾਏ ਬਾਪ ਦੇ ਹੋਰ ਕਿਸੇ ਦੀ ਵੀ ਯਾਦ ਨਾ ਰਹੇ। ਅੰਤਮਤੀ ਸੋਗਤੀ। ਜਦੋਂ ਅਜਿਹੀ ਅਵਸਥਾ ਹੋਵੇ ਜੋ ਬੁੱਧੀ ਵਿੱਚ ਕੋਈ ਵੀ ਯਾਦ ਨਾ ਰਹੇ, ਉਦੋਂ ਸਦਾ ਖੁਸ਼ ਵੀ ਰਵਾਂਗੇ ਅਤੇ ਕਰਮਾਤੀਤ ਅਵਸਥਾ ਨੂੰ ਵੀ ਪਾ ਲਵਾਂਗੇ। ਤੁਹਾਡਾ ਪੁਰਸ਼ਾਰਥ ਹੀ ਹੈ ਆਤਮ ਅਭਿਮਾਨੀ ਬਣਨ ਦਾ। ਆਤਮਾ ਨੂੰ ਵੇਖੇ, ਆਤਮਾ ਨਾਲ ਹੀ ਗੱਲ ਕਰੇ ਤਾਂ ਖੁਸ਼ੀ ਹੁੰਦੀ ਰਹੇਗੀ ਔਰ ਸਥਿਤੀ ਵੀ ਅਚਲ ਹੋ ਜਾਵੇਗੀ। ਅੱਜ ਦੀ ਮੁਰਲੀ ਦਾ ਗੀਤ ਹੈਗਾ, ਤੁਸੀਂ ਹੋ ਮਾਤਾ ਪਿਤਾ ਤੁਸੀਂ ਹੋ। ਓਮ ਸ਼ਾਂਤੀ। ਗਾਇਨ ਤੋਂ ਠੀਕ ਹੈਗਾ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਰਚయిਤਾ ਅਤੇ ਫਿਰ ਜਿਨ੍ਹਾਂ ਦੁਆਰਾ ਰਚਨਾ ਕਰਦੇ ਹਨ, ਉਹਨਾਂ ਨੂੰ ਹੀ ਮਾਤ ਪਿਤਾ ਆਖਿਆ ਜਾਂਦਾ ਹੈ। ਰਚਤਾ ਕੋਈ ਵੀ ਸਾਕਾਰ ਜਾਂ ਆਕਾਰ ਨਹੀਂ ਕਿਹਾ ਜਾਂਦਾ। ਰਚਤਾ ਇੱਕ ਨਿਰਾਕਾਰ ਨੂੰ ਹੀ ਕਿਹਾ ਜਾਂਦਾ ਹੈ। ਹੁਣ ਇਹ ਸਮਝ ਤੁਸੀਂ ਬੱਚਿਆਂ ਨੂੰ ਆਈ ਹੈ। ਉਹ ਤਾਂ ਸਿਰਫ ਗਾਉਂਦੇ ਹਨ। ਭਗਤਾਂ ਦੀ ਬੁੱਧੀ ਵਿੱਚ ਸਿਰਫ ਇਹੀ ਹੀ ਰਹਿੰਦਾ ਹੈ ਕਿ ਬਸ ਭਗਤੀ ਕਰਨੀ ਹੈ, ਪਰੰਤੂ ਕਿਸ ਦੀ ਭਗਤੀ ਕਰਨੀ ਹੈ ਕੁਝ ਵੀ ਪਤਾ ਨਹੀਂ। ਭਗਤੀ ਕਰਨੀ ਚਾਹੀਦੀ ਹੈ ਇੱਕ ਭਗਵਾਨ ਦੀ, ਜਿਸ ਨੂੰ ਮਾਤ ਪਿਤਾ ਕਹਿ ਕੇ ਬੁਲਾਉਂਦੇ ਹਾਂ, ਨਾ ਕਿ ਔਰਾਂ ਦੀ। ਕਹਿੰਦੇ ਹਨ ਭਗਵਾਨ ਆ ਕੇ ਭਗਤਾਂ ਨੂੰ ਭਗਤੀ ਦਾ ਫਲ ਦਿੰਦੇ ਨੇ। ਫਲ ਅਤੇ ਵਰਸਾ ਇੱਕ ਹੀ ਗੱਲ ਹੈ। ਬੱਚਾ ਪੈਦਾ ਹੁੰਦਾ ਹੈ ਤੇ ਮਾਤ ਪਿਤਾ ਦੇ ਵਰਸੇ ਦਾ ਵਾਰਿਸ ਬਣ ਜਾਂਦਾ ਹੈ, ਉਹਨੂੰ ਫਲ ਮਿਲ ਜਾਂਦਾ ਹੈ। ਬਾਕੀ ਇਹ ਗਾਇਨ ਤੇ ਭਗਤੀ ਮਾਰਗ ਦਾ ਹੈ। ਯਾਦ ਕਰਦੇ ਹਨ ਕਿ ਆ ਕੇ ਮੈਨੂੰ ਭਗਤੀ ਦਾ ਫਲ ਦੇਵੋ। ਗਿਆਨ ਅਤੇ ਭਗਤੀ ਹੀ ਕਹਿੰਦੇ ਹਨ। ਭਗਤੀ ਦਾ ਫਲ ਹੈ ਗਿਆਨ। ਬਰੋਬਰ ਹੁਣ ਤੁਸੀਂ ਜਾਣਦੇ ਹੋ ਭਗਤੀ ਕਦੋਂ ਤੋਂ ਸ਼ੁਰੂ ਹੁੰਦੀ ਹੈ। ਇਹ ਕਿਸੇ ਨੂੰ ਵੀ ਪਤਾ ਨਹੀਂ। ਗਿਆਨ ਦਾ ਸਮਾਂ ਹੈ ਦਿਨ, ਭਗਤੀ ਦਾ ਸਮਾਂ ਹੈ ਰਾਤ। ਦਿਨ ਅਤੇ ਰਾਤ ਸੋਤੇ ਜ਼ਰੂਰ ਅੱਧੇ ਹੋਣਗੇ। ਸ਼ਾਸਤਰਾਂ ਵਿੱਚ ਕਲਪ ਦੀ ਉਮਰ ਲੰਬੀ ਲਿਖ ਦਿੱਤੀ ਹੈ। ਗਿਆਨ ਨੂੰ ਬਹੁਤ ਸਮਾਂ ਦੇ ਦਿੱਤਾ ਹੈ ਅਤੇ ਭਗਤੀ ਨੂੰ ਘੱਟ ਸਮਾਂ ਦਿੱਤਾ ਹੈ। ਦੁਆਪਰ ਕਲਯੁਗ ਦੀ ਉਮਰ ਘੱਟ ਵਿਖਾਈ ਹੈ। ਇਹ ਰਾਤ ਅਤੇ ਦਿਨ ਦਾ ਪੂਰਾ ਹਿਸਾਬ ਤਾਂ ਠਹਿਰਿਆ ਨਹੀਂ ਨਾ। ਵੇਖਦੇ ਨੇ ਕਿੰਨੇ ਵੱਖ-ਵੱਖ ਸ਼ਾਸਤਰਾਂ ਵਿੱਚ ਵੱਖ-ਵੱਖ ਗੱਲਾਂ ਲਿਖੀਆਂ ਹੋਈਆਂ ਨੇ। ਕਹਿੰਦੇ ਹਨ ਤੁਸੀਂ ਲੋਕ ਸ਼ਾਸਤਰਾਂ ਨੂੰ ਨਹੀਂ ਮੰਨਦੇ, ਫਿਰ ਸ਼ਾਸਤਰਾਂ ਦੇ ਅਰਥ ਕਿਉਂ ਲੈਂਦੇ ਹੋ? ਤਾਂ ਤੁਸੀਂ ਸਮਝਾਉਣਾ ਹੈ ਸ਼ਾਸਤਰਾਂ ਦਾ ਸਾਰ ਤੇ ਬਾਬਾ ਹੀ ਸਾਨੂੰ ਆ ਕੇ ਦੱਸਦੇ ਹਨ। ਫਲਾਣੇ ਸ਼ਾਸਤਰ ਵਿੱਚ ਇਹੀ ਗਾਇਨ ਨਹੀਂ ਹੈ, ਇਹੀ ਗਾਇਨ ਹੈ, ਇਹੀ ਰਾਈਟ ਹੈ। ਤੁਹਾਨੂੰ ਜ਼ਰੂਰ ਇਹ ਫੈਸਲਾ ਦੇਣਾ ਚਾਹੀਦਾ ਹੈ। ਜਿਵੇਂ ਪ੍ਰਦਰਸ਼ਨੀ ਵਿੱਚ ਚਿੱਤਰ ਵਿਖਾਉਂਦੇ ਹਨ, ਹਨੂਮਾਨ, ਗਣੇਸ਼, ਵਾਮਨ ਅਵਤਾਰ ਆਦਿ ਵਿਖਾਉਣ ਦੇ ਲਈ ਹੀ ਦਿਖਾਣੇ ਪੈਂਦੇ ਨੇ ਨਾ। ਜੋ ਗੱਲਾਂ ਰੋਂਗ ਹਨ ਉਹਨਾਂ ਨੂੰ ਵਰਣਨ ਕਰਕੇ ਫਿਰ ਰਾਈਟ ਕੀ ਹੈ ਉਹ ਸਮਝਾਉਣਾ ਹੈ। ਹੁਣ ਬਾਬਾ ਦੀ ਮਹਿਮਾ ਗਾਉਂਦੇ ਹਨ, ਸ਼ਿਵਾਏ ਨਮः। ਫਿਰ ਲਿਖਿਆ ਹੈ ਤਵਮੇਵ ਮਾਤਾ ਚ ਪਿਤਾ ਤਵਮੇਵ ਬੰਧੂ ਚ ਸਖਾ ਤਵਮੇਵ। ਤੁਸੀਂ ਮਾਤਾ ਵੀ ਹੋ ਹੈਗੇ, ਪਿਤਾ ਜੀ ਵੀ ਹੋ।
ਨਾਮ ਤੇ ਦੇਣਾ ਹੀ ਪੈਂਦਾ ਹੈ ਨਾ। ਮਨੁੱਖਾਂ ਨੂੰ ਤੇ ਇਹ ਪਤਾ ਹੀ ਨਹੀਂ ਕਿ ਸਾਡਾ ਬਾਪ ਕੌਣ ਹੈ। ਕਹਿੰਦੇ ਵੀ ਹਨ ਕਿ ਗੋਡ ਫਾਦਰ। ਬੁੱਧੀ ਉੱਪਰ ਜਾਂਦੀ ਹੈ। ਮਨੁੱਖ ਪ੍ਰਾਰਥਨਾ ਆਦਿ ਕਰਦੇ ਹਨ, ਜਾਣਦੇ ਹਨ ਪਰਮ ਪਿਤਾ ਪਰਮਾਤਮਾ ਪਰਲੋਕ ਵਿੱਚ ਨਿਵਾਸ ਕਰਦੇ ਹਨ। ਬ੍ਰਹਮਾ ਵਿਸ਼ਨੂੰ ਸ਼ੰਕਰ ਨੂੰ ਯਾਦ ਕਰਾਂਗੇ ਤਾਂ ਬੁੱਧੀ ਸੂਖਮ ਵਤਨ ਵਿੱਚ ਹੀ ਜਾਵੇਗੀ ਨਾ। ਫਸਟ ਸੈਕਿੰਡ ਫਿਰ ਥਰਡ ਫਲੋਰ ਹੈ ਨਾ। ਹੁਣ ਮੁੱਖ ਗੱਲ ਹੈਗੀ ਬਾਪ ਨੂੰ ਭੁੱਲੇ ਹੋਏ ਹਾਂ। ਬਾਪ ਆ ਕਰਕੇ ਫਿਰ ਤੋਂ ਯਾਦ ਦਿਲਾਉਂਦੇ ਹਨ, ਤੁਸੀਂ ਮੇਰੀ ਕਿੰਨੀ ਗਲਾਨੀ ਕੀਤੀ ਹੈ। ਬਾਪ ਜੋ ਸਰਬ ਨੂੰ ਸਦਗਤੀ ਦੇਣ ਵਾਲਾ ਹੈ, ਉਸ ਦੀ ਫਿਰ ਸਭ ਨੇ ਬੈਠ ਗਲਾਨੀ ਕੀਤੀ ਹੈ। ਭਗਵਾਨ ਵਾਚ ਵੀ ਹੈਗਾ ਨਾ, ਯਦਾ ਯਦਾ ਹੀ ਧਰਮਸਯ। ਭਾਰਤ ਵਾਸੀ ਹੀ ਆਪਣੇ ਧਰਮ ਦੀ ਗਲਾਨੀ ਕਰਦੇ ਹਨ। ਕਹਿੰਦੇ ਹਨ ਈਸ਼ਵਰੀਏ ਸਰਵ ਸ਼ਕਤੀਵਾਨ ਪਰਮਾਤਮਾ ਇੱਕ ਹੈਗਾ, ਕਿ ਸਭ ਵਿੱਚ ਈਸ਼ਵਰ ਹੈ। ਤਾਂ ਕਹੀਂ ਕਹਿੰਦੇ ਹਨ ਕੁਝ ਕੱਛ ਅਵਤਾਰ, ਮੱਛ ਅਵਤਾਰ, ਵਿਰਹਾ ਅਵਤਾਰ। ਬਾਪ ਤੇ ਭਾਰਤ ਵਾਸੀ ਬੱਚਿਆਂ ਨੂੰ ਹੀ ਕਹਿੰਦੇ ਹਨ, ਕਿਉਂਕਿ ਬੱਚੇ ਹੀ ਗਲਾਨੀ ਕਰਦੇ ਹਨ। ਇਹੀ ਮੁਰੱਬੀ ਬੱਚਾ ਬ੍ਰਹਮਾ ਵੀ ਕਿੰਨੀ ਗਲਾਨੀ ਕਰਦਾ ਸੀ। ਇਹੀ ਗਲਾਨੀ ਵੀ ਤੁਹਾਡੇ ਵਿੱਚ ਨਹੀਂ ਹੋਈ, ਡਰਾਮਾ ਵਿੱਚ ਨੂੰਦੀ ਹੋਈ ਹੈਗੀ ਹੈ। ਇਹ ਵੀ ਹੋਣੀ ਹੀ ਹੈ। ਤਾਂ ਤੇ ਬਾਪ ਆ ਕਰਕੇ ਤੁਹਾਨੂੰ ਪਾਪ ਆਤਮਾ ਤੋਂ ਪੁੰਨਿਆ ਆਤਮਾ ਬਣਾਉਂਦੇ ਹਨ, ਕਿਉਂਕਿ ਉਸ ਨੂੰ ਆਖਿਆ ਹੀ ਜਾਂਦਾ ਹੈ ਪਤਿਤ ਪਾਵਨ। ਪਾਵਨ ਬਣਾ ਕੇ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਬਣਾਉਣ ਵਾਲੇ ਬਾਪ ਨੂੰ ਕਿੰਨੀਆਂ ਗਾਲੀਆਂ ਦਿੰਦੇ ਹਨ। ਜਦੋਂ ਸਮਝਾਉਂਦੇ ਹਾਂ ਤੇ ਉਸ ਵੇਲੇ ਮੰਨ ਲੈਂਦੇ ਨੇ। ਸਮਾਚਾਰ ਵੀ ਆਉਂਦਾ ਹੈ ਕਿ ਇਹਨਾਂ ਨੇ ਇੰਨੀ ਸਾਰੀਆਂ ਗੱਲਾਂ ਮੰਨੀਆਂ ਨੇ, ਫਿਰ ਉਹਨਾਂ ਤੋਂ ਸਹੀ ਵੀ ਕਰਵਾਉਂਦੇ ਨੇ, ਲਿਖਵਾ ਵੀ ਲੈਂਦੇ ਨੇ ਕਿ ਇਹੀ ਰਾਈਟ ਹੈ। ਹੁਣ ਕਹਿੰਦੇ ਹਨ ਸ਼੍ਰੀਮਦ ਭਾਗਵਤ ਗੀਤਾ ਤੇ ਭਗਵਾਨ ਦੀ ਹੀ ਸ੍ਰੇਸ਼ਟ ਤੇ ਸ੍ਰੇਸ਼ਟ ਮੱਤ ਹੈਗੀ। ਉੱਚੇ ਤੇ ਉੱਚੀ ਮੱਤ ਵੀ ਉੱਚੇ ਤੇ ਉੱਚੇ ਪਿਓ ਦੀ ਹੀ ਰਹੇਗੀ ਨਾ। ਉਹ ਆ ਕੇ ਪਤਿਤ ਭ੍ਰਸ਼ਟਾਚਾਰੀ ਦੁਨੀਆ ਨੂੰ ਸ੍ਰੇਸ਼ਟਾਚਾਰੀ ਬਣਾਉਂਦੇ ਹਨ। ਤਾਂ ਪਹਿਲਾਂ ਇੱਕ ਦਾ ਪਰਿਚੈ ਸਭ ਨੂੰ ਦੇਣਾ ਹੈ। ਤੁਸੀਂ ਬੱਚਿਆਂ ਵਿੱਚ ਨੰਬਰਵਾਰ ਤੇ ਸਭ ਹੈ ਨਾ। ਬਹੁਤ ਬੱਚੇ ਲਿਖਦੇ ਹਨ, ਬਾਬਾ ਕੀ ਕਰੀਏ, ਮਾਇਆ ਦੇ ਤੂਫਾਨ ਸਾਨੂੰ ਠਹਿਰਨ ਹੀ ਨਹੀਂ ਦਿੰਦੇ। ਮੈਨੂੰ ਇਹੀ ਵਿਕਾਰ ਤੰਗ ਕਰਦੇ ਹਨ। ਬਾਪ ਕਹਿੰਦੇ ਹਨ ਤੁਹਾਨੂੰ ਇਹਨਾਂ ਤੇ ਜਿੱਤ ਪਾਉਣੀ ਹੈ, ਨਹੀਂ ਤਾਂ ਪਦਵੀ ਭ੍ਰਸ਼ਟ ਹੋ ਜਾਵੇਗੀ। ਸਿੱਖਿਅਕ ਹੀ ਜੇਕਰ ਅਜਿਹਾ ਕੋਈ ਕੰਮ ਕਰੇਗਾ ਤੇ ਜ਼ਰੂਰ ਹੋਰਾਂ ਨੂੰ ਵੀ ਫਿਰ ਵੈਸਾ ਹੀ ਫਰਕ ਪਵੇਗਾ। ਖੁਦ ਦੀ ਚਲਨ ਅਜਿਹੀ ਹੈ ਤੇ ਫਿਰ ਦੂਜਿਆਂ ਨੂੰ ਕੀ ਸਮਝਾਵਣਗੇ। ਵਿਕਾਰ ਵੀ ਕੋਈ ਸਹਿਮੀ ਹੁੰਦਾ ਹੈ। ਸਤੋ ਰਜੋ ਤਮੋ ਹਰ ਗੱਲ ਵਿੱਚ ਹੁੰਦੇ ਹਨ। ਸਤਯੁਗ ਨੂੰ ਸਤੋ ਕਿਹਾ ਜਾਂਦਾ ਹੈ ਔਰ ਕਲਯੁਗ ਨੂੰ ਤਮੋ ਨੀਚ ਕਿਹਾ ਜਾਂਦਾ ਹੈ। ਦੁਨੀਆ ਭ੍ਰਸ਼ਟਾਚਾਰੀ ਕਹਿੰਦੀ ਹੈ। ਸਭ ਹੁਣ ਭ੍ਰਸ਼ਟਾਚਾਰੀ ਬਣ ਗਏ ਹਨ। ਬਾਪ ਸਮਝਾਉਂਦੇ ਹਨ ਇਸ ਰਾਵਣ ਰਾਜ ਵਿੱਚ ਇੱਕ ਵੀ ਸ੍ਰੇਸ਼ਟਾਚਾਰੀ ਨਹੀਂ ਹੈਗਾ। ਸਮਝੋ ਕਿਸੇ ਨੂੰ ਪੁੱਛਿਆ ਜਾਂਦਾ ਹੈ ਉੱਚੇ ਤੇ ਉੱਚਾ ਕੌਣ ਹੈਗਾ, ਤਾਂ ਕਹਿਣਗੇ ਭਗਵਾਨ ਹੈਗਾ। ਉਹਨਾਂ ਦਾ ਅਕਾਲ ਮੂਰਤ ਉਹਨਾਂ ਨੂੰ ਅਕਾਲ ਮੂਰਤ ਵੀ ਆਖਿਆ ਜਾਂਦਾ ਹੈ। ਖੁਦ ਹੀ ਨਹੀਂ ਜਾਣਦੇ ਤੇ ਦੂਜਿਆਂ ਨੂੰ ਕਿਵੇਂ ਦੱਸਣਗੇ। ਬਾਪ ਖੁਦ ਹੀ ਸੰਨਿਆਸੀਆਂ ਨੂੰ ਫਾਲੋ ਕਰਦੇ ਰਹਿੰਦੇ ਨੇ। ਬਾਬਾ ਆਕਰ ਦੱਸਦੇ ਨੇ ਤੁਸੀਂ ਸੰਨਿਆਸੀਆਂ ਨੂੰ ਵੀ ਉੱਚੇ ਤੇ ਉੱਚਾ ਨਹੀਂ ਕਹਿ ਸਕਦੇ। ਭਲੇ ਪਵਿੱਤਰ ਰਹਿੰਦੇ ਹਨ, ਪਰ ਜਨਮ ਤੇ ਵਿਕਾਰ ਤੋਂ ਹੀ ਲਿਆ ਹੈ ਨਾ। ਲੋਕੀ ਸੰਨਿਆਸੀਆਂ ਨੂੰ ਹੀ ਫਾਲੋ ਕਰਦੇ ਨੇ, ਨਮਸਤੇ ਵੀ ਕਰਦੇ ਹਨ।
ਉਹਨਾਂ ਨੂੰ ਪੁੱਛਣਾ ਚਾਹੀਦਾ ਹੈ, ਸੰਨਿਆਸੀਆਂ ਤੋਂ ਵੀ ਜ਼ਰੂਰ ਕੋਈ ਉੱਚਾ ਤੋਂ ਹੋਵੇਗਾ ਨਾ। ਸੰਨਿਆਸੀ ਵੀ ਭਗਵਾਨ ਤੋਂ ਨਹੀਂ ਹੈ ਨਾ। ਅੱਜ ਕੱਲ੍ਹ ਤਾਂ ਚਿੱਤਰ ਵੀ ਬਹੁਤ ਬਣਾਉਂਦੇ ਹਨ, ਸਭ ਤੋਂ ਉੱਚਾ ਪਰਮਾਤਮਾ ਨੂੰ ਹੀ ਰੱਖਦੇ ਨੇ। ਹੁਣ ਰਾਮ ਜਾਂ ਕ੍ਰਿਸ਼ਨ ਦੇ ਅੱਗੇ ਸ਼ਿਵਲਿੰਗ ਰੱਖਣਗੇ ਤੇ ਫਿਰ ਇਹ ਵੀ ਵਡਿਆਈ ਨਹੀਂ ਹੋਈ ਨਾ। ਨਹੀਂ ਤਾਂ ਉਹ ਉੱਚੇ ਨੇ ਤੇ ਉਹਨਾਂ ਦੇ ਅੱਗੇ ਸ਼ਿਵਲਿੰਗ ਰੱਖਿਆ ਹੈ ਤੇ ਉਹਨਾਂ ਤੋਂ ਉੱਚੇ ਹੋ ਗਏ ਨਾ। ਉਹਨਾਂ ਦੇ ਉੱਪਰ ਖੁਦ ਹੀ ਰਾਜ ਕਰਦੇ ਹਨ। ਜਦੋਂ ਉਹ ਪਤਿਤ ਬਣਦੇ ਹਨ ਤਾਂ ਪੂਜਨ ਲੱਗਦੇ ਹਨ, ਔਰ ਅਗਰ ਪਾਵਨ ਬਣਦੇ ਹਨ ਤਾਂ ਹੀ ਪੂਜਯ ਬਣਨਗੇ। ਮਨੁੱਖ ਸ਼ਾਂਤੀ ਦੇ ਲਈ ਕਿੰਨੀ ਪੂਜਾ ਕਰਦੇ ਹਨ, ਆਪਸ ਵਿੱਚ ਮਿਲ ਕਰਕੇ ਕਾਨਫਰੰਸਾਂ ਵੀ ਕਰਦੇ ਹਨ, ਪਰੰਤੂ ਅਜਿਹਾ ਤੇ ਹੋਣਾ ਹੀ ਨਹੀਂ ਹੈ। ਪਹਿਲੇ ਹੀ ਵਿਨਾਸ਼ ਹੋਣਾ ਹੀ ਹੈਗਾ। ਯਾਦਵ ਅਤੇ ਕੌਰਵ ਵੀ ਸੀ, ਗੀਤਾ ਦਾ ਭਗਵਾਨ ਵੀ ਆਇਆ ਸੀ। ਹੁਣ ਪਤਿਤ ਦੁਨੀਆ ਹੈ, ਇਸ ਵਿੱਚ ਸ੍ਰੇਸ਼ਟਾਚਾਰੀ ਕੋਈ ਹੈ ਨਹੀਂ, ਹੋ ਨਹੀਂ ਸਕਦਾ। ਸਭ ਤੋਂ ਸ੍ਰੇਸ਼ਟ ਹਨ ਸ਼੍ਰੀ ਲਕਸ਼ਮੀ, ਸ਼੍ਰੀ ਨਾਰਾਇਣ। ਇਹੀ ਹੀ ਸਤਯੁਗ ਵਿੱਚ ਰਾਜ ਕਰਦੇ ਸਨ। ਹੁਣ ਤਾਂ ਭ੍ਰਸ਼ਟਾਚਾਰੀ ਹੀ ਬਣ ਗਏ ਨੇ, ਤਾਂ ਜ਼ਰੂਰ ਵਿਨਾਸ਼ ਵੀ ਹੋਣਾ ਹੀ ਹੈ। ਵਿਨਾਸ਼ ਤੋਂ ਬਾਅਦ ਸੁਖ ਸ਼ਾਂਤੀ ਨੂੰ ਧਾਰਨ ਕਰ ਸਕਣਗੇ। ਸਭ ਨੂੰ ਸਮਝਾਉਣਾ ਹੈ, ਅਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਾਂ। ਪਹਿਲਾਂ ਉਹੀ ਧਰਮ ਸੀ, ਹੁਣ ਨਹੀਂ ਹੈ, ਫਿਰ ਤੋਂ ਉਸ ਦੀ ਸਥਾਪਨਾ ਹੋ ਰਹੀ ਹੈ। ਇਸ ਵੇਲੇ ਅਸੀਂ ਬ੍ਰਾਹਮਣ ਹਾਂ, ਦੇਵਤਾ ਬਣ ਰਹੇ ਹਾਂ। ਜਦੋਂ ਕੋਈ ਭਾਸ਼ਣ ਕਰਨ ਦੇ ਲਈ ਸਟੇਜ 'ਤੇ ਆਉਂਦੇ ਹਨ ਤੇ ਕੁਝ ਨਾ ਕੁਝ ਤਿਆਰੀ ਕਰਕੇ ਆਉਂਦੇ ਹਨ, ਵਿਚਾਰ ਕਰਕੇ ਆਉਂਦੇ ਹਨ, ਤਾਂ ਹੀ ਇਹੀ ਬੋਲਾਂਗੇ। ਸਾਡੇ ਬੱਚੇ ਤਾਂ ਸਮਝਦੇ ਹਨ ਕਿ ਬੋਲਣਾ ਹੈ। ਸ਼ਾਂਤੀ ਸਥਾਪਨ ਕਰਨੇ ਵਾਲਾ ਤਾਂ ਇੱਕ ਹੀ ਸਰਵ ਦਾ ਸਦਗਤੀ ਦਾਤਾ ਬਾਪ ਹੈ, ਉਹ ਹੀ ਲਿਬਰੇਟਰ ਹੈ। ਇਹੀ ਸਮਾਂ ਹੀ ਹੈ ਸਭ ਨੂੰ ਵਾਪਸ ਲੈ ਜਾਣ ਦਾ। ਬਾਬਾ ਬੱਚਿਆਂ ਨੂੰ ਪੁੱਛਦੇ ਹਨ, ਬੱਚੇ ਤੁਸੀਂ ਆਪਣੇ ਨੂੰ ਸਤਯੁਗ ਵਿੱਚ ਚੱਲਣ ਦੇ ਲਾਇਕ ਸਮਝਦੇ ਹੋ? ਰਾਵਣ ਨੇ ਤੁਹਾਡੇ ਤੇ ਵਿਜੈ ਪਾਈ ਹੋਈ ਹੈ। ਕਹਿੰਦੇ ਹਨ, ਬਾਬਾ ਰਾਵਣ ਤੇ ਜਿੱਤ ਪਾਉਣ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ। ਹੱਥ ਤਾਂ ਸਾਰੇ ਉਠਾਉਂਦੇ ਹਨ ਕਿਉਂਕਿ ਲੱਜਾ ਆਉਂਦੀ ਹੈ। ਬਾਬਾ ਕਹਿੰਦੇ ਹਨ, ਆਪਣੀ ਸ਼ਕਲ ਤਾਂ ਵੇਖੋ, ਕਿੰਨਾ ਸਮਾਂ ਬਾਪ ਨੂੰ ਯਾਦ ਕਰਦੇ ਹੋ। ਅਜਿਹੀ ਅਵਸਥਾ ਚਾਹੀਦੀ ਹੈ ਜੋ ਅੰਤ ਵਿੱਚ ਕੋਈ ਵੀ ਯਾਦ ਨਾ ਆਵੇ, ਤਾਂ ਅੰਤਮਤੀ ਸੋ ਗਤੀ ਹੋਵੇਗੀ। ਕਰਮਾਤੀਤ ਅਵਸਥਾ ਦੇ ਨੇੜੇ ਜਾ ਸਕਾਂਗੇ। ਸਦਾ ਖੁਸ਼ ਵੀ ਤਾਂ ਹੀ ਰਹਿ ਸਕਾਂਗੇ ਜਦੋਂ ਦੂਜਿਆਂ ਦੀ ਸੇਵਾ ਕਰਾਂਗੇ। ਤੁਸੀਂ ਰੂਹਾਨੀ ਸੋਸ਼ਲ ਵਰਕਰ ਹੋ। ਤੁਹਾਡੇ ਬਿਨਾਂ ਕੋਈ ਔਰ ਰੂਹ ਨੂੰ ਇੰਜੈਕਸ਼ਨ ਲਗਾ ਨਹੀਂ ਸਕਦਾ। ਗਾਇਆ ਵੀ ਜਾਂਦਾ ਹੈ, ਗਿਆਨ ਅੰਜਨ ਸਤਿਗੁਰੂ ਦਿੱਤਾ, ਅਗਿਆਨ ਅੰਧੇਰ ਵਿਨਾਸ਼। ਆਤਮਾ ਨੂੰ ਹੁਣ ਪਤਾ ਪਿਆ ਹੈ ਕਿ ਸਾਨੂੰ ਸਾਰੀ ਸ੍ਰਿਸ਼ਟੀ ਦੇ ਆਦਿ ਮੱਧ ਅੰਤ ਦਾ ਗਿਆਨ ਮਿਲ ਗਿਆ ਹੈ। ਇਹੀ ਆਤਮਾ ਨੇ ਕਿਹਾ ਹੈ ਸਰੀਰ ਦੁਆਰਾ, ਗਿਆਨ ਸਾਗਰ ਨੂੰ। ਹੁਣ ਸਾਨੂੰ ਵਾਪਿਸ ਜਾਣਾ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਪੁਰਾਣਾ ਚੋਲਾ ਛੱਡ ਕੇ ਨਵਾਂ ਚੋਲਾ ਲੈਣਾ ਹੈ। ਇਸ ਕਾਰਨ ਨਾਮ ਹੀ ਹੈ ਸ਼ਾਮ ਸੁੰਦਰ। ਤੁਸੀਂ ਜਾਣਦੇ ਹੋ, ਅਸੀਂ ਸੁੰਦਰ ਸੀ, ਹੁਣ ਸ਼ਾਮ ਬਣੇ ਹਾਂ, ਫਿਰ ਸੁੰਦਰ ਬਣਾਂਗੇ। ਬਾਬਾ ਸੁੰਦਰ ਬਣਾਉਂਦੇ ਹਨ, ਮਾਇਆ ਰਾਵਣ ਸ਼ਾਮ ਬਣਾਉਂਦੀ ਹੈ। ਕਾਮ ਚਿਤਾ ਤੇ ਬੈਠਣ ਨਾਲ ਸ਼ਾਮ ਬਣ ਜਾਂਦੇ ਹਨ। ਇਹ ਵੱਡੀਆਂ ਸਹਿਜ ਸਮਝਣ ਦੀਆਂ ਗੱਲਾਂ ਹਨ। ਨੌਲੇਜ ਤਾਂ ਅੰਡਰਸਟੂਡ ਹੀ ਹੈਗੀ ਨਾ। ਬੁੱਧੀ ਵਿੱਚ ਨੰਬਰਵਾਰ ਹੀ ਧਾਰਨ ਹੁੰਦੀ ਹੈ। ਕੋਈ ਤਾਂ ਬਹੁਤ ਡਲ ਹੈਡ ਹੁੰਦੇ ਨੇ। ਟੀਚਰ ਕਹਿੰਦੇ ਹਨ, ਪੜ੍ਹਨ ਵਾਲੇ ਬਹੁਤ ਡਲ ਹਨ। ਦੇਹ ਅਭਿਮਾਨ ਵੀ ਬਹੁਤ ਹੈਗਾ।
ਆਤਮ ਅਭਿਮਾਨੀ ਰਹਿਣ ਤਾਂ ਖੁਸ਼ ਰਹਿਣ। ਆਤਮਾ ਆਤਮਾ ਨੂੰ ਵੇਖੇ, ਮਤਲਬ ਆਪਣੇ ਭਾਈ ਨੂੰ ਵੇਖ ਕੇ ਖੁਸ਼ੀ ਹੋਣੀ ਚਾਹੀਦੀ। ਬਾਬਾ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ। ਬਾਬਾ ਕਹਿੰਦੇ ਹਨ, ਬੱਚੇ ਮੈਂ ਆਇਆ ਹਾਂ ਤੁਹਾਨੂੰ ਮਾਇਆ ਤੋਂ ਲਿਬਰੇਟ ਕਰ ਵਾਪਸ ਲੈ ਜਾਣ ਲਈ। ਇਸ ਤਨ ਵਿੱਚ ਸ਼ਿਵ ਬਾਬਾ ਦੀ ਪ੍ਰਵੇਸ਼ਤਾ ਹੁੰਦੀ ਹੈ। ਉਹ ਜ਼ਰੂਰ ਬ੍ਰਿਕੁਟੀ ਦੇ ਵਿੱਚ ਹੀ ਆਏਗਾ ਨਾ। ਇਹੀ ਥੋੜੇ ਹੀ ਉੱਪਰ ਤੋਂ ਕੋਈ ਗੰਗਾ ਬਹੇਗੀ। ਸ਼ਿਵ ਦੀ ਸਵਾਰੀ ਬੈਲ ਤੇ ਵਿਖਾਉਂਦੇ ਹਨ। ਬੈਲ ਦੀ ਬ੍ਰਿਕੁਟੀ ਵਿੱਚ ਸ਼ਿਵ ਦਾ ਚਿੱਤਰ ਵਿਖਾਉਂਦੇ ਹਨ। ਆਤਮਾ ਤੇ ਜ਼ਰੂਰ ਬ੍ਰਿਕੁਟੀ ਵਿੱਚ ਹੀ ਰਹੇਗੀ। ਜੋ ਆਤਮਾ ਦਾ ਸਥਾਨ ਹੈ ਜ਼ਰੂਰ ਉੱਥੇ ਹੀ ਬੈਠੇਗੀ। ਗੁਰੂ ਲੋਕ ਆਪਣੇ ਚੇਲੇ ਨੂੰ ਬਾਜੂ ਵਿੱਚ ਬਿਠਾਉਂਦੇ ਹਨ ਤਾਂ ਉਹ ਸਤਿਗੁਰੂ ਹੀ ਆ ਕੇ ਬਾਜੂ ਵਿੱਚ ਬਿਠਾਉਂਦਾ ਹੈ। ਗੁਰੂ ਬ੍ਰਹਮਾ ਕਹਿੰਦੇ ਹਨ। ਵਿਸ਼ਨੂੰ ਨੂੰ ਅਤੇ ਸ਼ੰਕਰ ਨੂੰ ਗੁਰੂ ਨਹੀਂ ਕਿਹਾ ਜਾਂਦਾ। ਉਹ ਹੀ ਬ੍ਰਹਮਾ ਫਿਰ ਵਿਸ਼ਨੂੰ ਦੇ ਰੂਪ ਬਣ ਕੇ ਆਉਂਦਾ ਹੈ। ਗੁਰੂ ਤਾਂ ਸ਼ਿਵ ਨੂੰ ਹੀ ਕਹਿ ਸਕਦੇ ਹਾਂ, ਕਿਉਂਕਿ ਸਭ ਦੀ ਸਦਗਤੀ ਕਰਨ ਵਾਲਾ ਉੱਚੇ ਤੇ ਉੱਚਾ ਫਿਰ ਵੀ ਭਗਵਾਨ ਹੈਗਾ। ਕਿੰਨੀ ਚੰਗੀ ਗੱਲਾਂ ਬਾਬਾ ਬੱਚਿਆਂ ਨੂੰ ਸਮਝਾਉਂਦੇ ਨੇ। ਅੱਛਾ, ਮੀਠੇ ਮੀਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਦੇ ਲਈ ਮੁੱਖ ਸਾਰ ਹੈਗਾ, ਹਮੇਸ਼ਾ ਖੁਸ਼ ਰਹਿਣ ਦੇ ਲਈ ਆਤਮ ਅਭਿਮਾਨੀ ਬਣਨਾ ਹੈਗਾ। ਅਸੀਂ ਆਤਮਾ ਪਰਾ ਪਰਾ ਹਾਂ, ਫਿਰ ਦ੍ਰਿਸ਼ਟੀ ਪੱਕੀ ਕਰਨੀ ਹੈ। ਇਹੀ ਦ੍ਰਿਸ਼ਟੀ ਪੱਕੀ ਕਰਨੀ ਹੈ। ਰੂਹਾਨੀ ਸੋਸ਼ਲ ਵਰਕਰ ਬਣ ਆਤਮਾ ਨੂੰ ਗਿਆਨ ਦਾ ਇੰਜੈਕਸ਼ਨ ਲਗਾਉਣਾ ਹੈ। ਸਭ ਦੀ ਰੂਹਾਨੀ ਸੇਵਾ ਕਰਨੀ ਹੈ। ਵਰਦਾਨ ਹੈਗਾ, ਸੰਤੁਸ਼ਟਤਾ ਦੇ ਆਧਾਰ ਤੇ ਦੁਆਵਾਂ ਦੇਣ ਅਤੇ ਲੈਣ ਵਾਲੇ ਸਹਿਜ ਪੁਰਸ਼ਾਰਥੀ ਭਵ। ਸੰਤੁਸ਼ਟਤਾ ਦੇ ਆਧਾਰ ਤੇ ਦੁਆਵਾਂ ਦੇਣ ਅਤੇ ਲੈਣ ਵਾਲੇ ਸਹਿਜ ਪੁਰਸ਼ਾਰਥੀ ਭਵ। ਸਰਵ ਦੀਆਂ ਦੁਆਵਾਂ ਉਹਨਾਂ ਨੂੰ ਮਿਲਦੀਆਂ ਹਨ ਜੋ ਆਪਣੇ ਆਪ ਤੋਂ ਸੰਤੁਸ਼ਟ ਹੋ ਕੇ ਸਭ ਨੂੰ ਸੰਤੁਸ਼ਟ ਕਰਦੇ ਹਨ। ਜਿੱਥੇ ਸੰਤੁਸ਼ਟਤਾ ਹੈ ਉੱਥੇ ਦੁਆਵਾਂ ਹਨ। ਜੇਕਰ ਸਰਵ ਗੁਣ ਧਾਰਨ ਕਰਨੇ ਅਤੇ ਸਰਵ ਸ਼ਕਤੀਆਂ ਨੂੰ ਕੰਟਰੋਲ ਕਰਨ ਵਿੱਚ ਮਿਹਨਤ ਲੱਗਦੀ ਹੈ ਤਾਂ ਉਸ ਨੂੰ ਛੱਡ ਦਿਓ। ਸਿਰਫ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਦੁਆਵਾਂ ਦੇਣ ਅਤੇ ਦੁਆਵਾਂ ਲੈਣ ਦਾ ਇੱਕ ਹੀ ਕੰਮ ਕਰੋ ਤਾਂ ਇਸ ਵਿੱਚ ਸਭ ਕੁਝ ਆ ਜਾਵੇਗਾ। ਕੋਈ ਦੁੱਖ ਵੀ ਦੇਵੇ ਤਾਂ ਵੀ ਤੁਸੀਂ ਦੁਆਵਾਂ ਦੇਵੋ ਤਾਂ ਸਹਿਜ ਪੁਰਸ਼ਾਰਥੀ ਬਣ ਜਾਵਾਂਗੇ। ਸਲੋਗਨ ਹੈਗਾ, ਜੋ ਸਮਰਪਿਤ ਸਥਿਤੀ ਵਿੱਚ ਰਹਿੰਦੇ ਹਨ ਉਹਨਾਂ ਦੇ ਅੱਗੇ ਸਰਵ ਦਾ ਸਹਿਯੋਗ ਆਪੇ ਹੀ ਸਮਰਪਿਤ ਹੋ ਜਾਂਦਾ ਹੈ। ਜੋ ਸਮਰਪਿਤ ਸਥਿਤੀ ਵਿੱਚ ਰਹਿੰਦੇ ਹਨ ਉਹਨਾਂ ਦੇ ਅੱਗੇ ਸਰਵ ਦਾ ਸਹਿਯੋਗ ਆਪੇ ਹੀ ਸਮਰਪਿਤ ਹੋ ਜਾਂਦਾ ਹੈ। ਓਮ ਸ਼ਾਂਤੀ।